दोस्तों ਤੁਹਾਡਾ ਸਵਾਗਤ ਹੈ ਮੇਰੇ YouTube ਚੈਨਲ ਇਨਕਲੂਸਿਵ ਐਜੂਕੇਸ਼ਨ 'ਚ। ਅੱਜ ਦੇ ਵੀਡੀਓ ਦਾ ਵਿਸ਼ਾ ਹੈ ਅੰਗਰੇਜ਼ੀ ਦੇ ਸਭ ਤੋਂ ਜ਼ਿਆਦਾ ਬੋਲੇ ਜਾਂਦੇ 8 ਸ਼ਬਦਾਂ ਦਾ ਪੰਜਾਬੀ ਅਨੁਵਾਦ। ਇਹ ਉਹ ਸ਼ਬਦ ਹਨ ਜਿਸ ਤੋਂ ਬਗੈਰ ਅੰਗਰੇਜ਼ੀ ਤੁਸੀਂ ਬੋਲ ਹੀ ਨਹੀਂ ਸਕਦੇ। ਇਹ ਬਹੁਤ ਹੀ ਮਹੱਤਵਪੂਰਨ ਸ਼ਬਦ ਹੈ। ਇਹਨਾਂ ਦੀ ਵਰਤੋਂ ਕਿਸ ਤਰ੍ਹਾਂ ਕਰਨੀ ਹੈ ਇਸ ਦਾ ਧਿਆਨ ਨਾਲ ਸੁਣਨਾ ਅਤੇ ਕਿੱਥੇ-ਕਿੱਥੇ ਵਰਤੋਂ ਕੀਤੀ ਜਾਏਗੀ ਉਸ ਦਾ ਸਾਰਾ ਵਿਸਤਾਰਪੂਰਵਕ ਤੁਹਾਨੂੰ ਦੱਸਿਆ ਜਾਏਗਾ। ਅੱਜ ਦੇ ਇਸ ਵੀਡੀਓ ਦਾ ਪਹਿਲਾ ਭਾਗ ਤੁਹਾਨੂੰ ਭੇਜ ਰਿਹਾ, ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬਾਓ ਤਾਂ ਜੋ ਅਗਲੇ ਪਾਰਟ ਦੀ ਜਿਹੜੀ ਵੀਡੀਓ ਤੁਹਾਨੂੰ ਭੇਜਾਂ ਉਸ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ। ਸਭ ਤੋਂ ਪਹਿਲਾ ਸ਼ਬਦ ਹੈ ਵਾਂਟ ਟੂ, ਭਾਵ ਚਾਹੁੰਦਾ ਹਾਂ ਜਾਂ ਚਾਹੀਦਾ ਹੈ। ਇਹਦਾ ਸੈਂਟੈਂਸ ਦਾ ਸਟਰਕਚਰ ਕੀ ਹੋਏਗਾ? ਸਬਜੈਕਟ ਸਭ ਤੋਂ ਪਹਿਲਾਂ, ਫਿਰ ਵਾਂਟ ਟੂ, ਫਿਰ ਵਰਬ ਦੀ ਪਹਿਲੀ ਫਾਰਮ, ਫਿਰ ਆਬਜੈਕਟ ਆਏਗਾ। ਇੱਥੇ ਇੱਕ ਗੱਲ ਯਾਦ ਰੱਖਣਾ, ਇਹ ਜੋ ਵਾਂਟ ਇਹ ਵਾਂਟਸ ਵਿੱਚ ਵੀ ਕਨਵਰਟ ਹੋ ਸਕਦਾ ਹੈ ਜੇਕਰ ਤੁਹਾਡਾ ਸਬਜੈਕਟ ਥਰਡ ਪਰਸਨ ਸਿੰਗੂਲਰ ਵਿੱਚ ਹੋਵੇ, ਭਾਵ ਜੇਕਰ ਸਬਜੈਕਟ ਹੀ, ਸ਼ੀ, ਇਟ ਜਾਂ ਕਿਸੇ ਵਿਅਕਤੀ ਦਾ ਨਾਮ ਹੈ ਤਾਂ ਇਹ ਵਾਂਟ ਦੀ ਜਗ੍ਹਾ ਵਾਂਟਸ ਵੀ ਲਿਖ ਸਕਦੇ ਹਾਂ। ਜਿਵੇਂ ਮੈਂ ਜਾਣਾ ਚਾਹੁੰਦਾ ਹਾਂ। ਇਸ ਦਾ ਮਤਲਬ ਹੈ ਕਿ ਜਦੋਂ ਅਸੀਂ ਕੋਈ ਇੱਛਾ ਪ੍ਰਗਟ ਕਰਦੇ ਹਾਂ ਜਾਂ ਕਿਸੇ ਨੂੰ ਕੋਈ ਗੱਲ ਦੱਸਦੇ ਹਾਂ ਕਿ ਮੈਂ ਇਹ ਕਰਨਾ ਚਾਹੁੰਦਾ ਹਾਂ ਜਾਂ ਉਹ ਕਰਨਾ ਚਾਹੁੰਦਾ ਹਾਂ, ਜਿਵੇਂ ਮੈਂ ਦਿੱਲੀ ਜਾਣਾ ਚਾਹੁੰਦਾ ਹਾਂ ਜਾਂ ਮੁੰਬਈ ਜਾਣਾ ਚਾਹੁੰਦਾ ਹਾਂ ਜਾਂ ਕਿਤੇ ਹੋਰ ਜਾਣਾ ਚਾਹੁੰਦਾ ਹੈ, ਫਿਰ ਆਪਾਂ ਵਾਂਟ ਦਾ ਇਸਤੇਮਾਲ ਕਰਾਂਗੇ। ਕੀ ਫਿਗਰ ਹੋਊਗਾ? ਜੇ ਮੈਂ ਜਾਣਾ ਚਾਹੁੰਦਾ ਹੈ ਕੀ ਲਿਖਾਂਗੇ? ਆਈ ਵਾਂਟ ਟੂ ਗੋ। ਇੱਥੇ ਮੈਂ ਆਪਣੀ ਇੱਛਾ ਜ਼ਾਹਿਰ ਕਰ ਰਿਹਾ, ਇੱਥੇ ਆਈ ਵਾਂਟ ਟੂ ਗੋ ਆਏਗਾ। ਫਿਰ ਅਗਲਾ ਵਾਕ, ਉਹ ਵੇਖਣਾ ਚਾਹੁੰਦਾ ਹਾਂ, ਕਿ ਕੋਈ ਚੀਜ਼ ਵੇਖਣਾ ਚਾਹੁੰਦਾ, ਕੁਝ ਵੀ ਹੋ ਸਕਦਾ ਹੈ ਜਿਸ ਨੂੰ ਮੈਂ ਵੇਖਣਾ ਚਾਹੁੰਦਾ, ਜਿਵੇਂ ਉਹ ਕੋਈ ਫਿਲਮ ਵੇਖਣਾ ਚਾਹੁੰਦਾ ਹੈ ਜਾਂ ਕੋਈ ਇਤਿਹਾਸਿਕ ਜਗ੍ਹਾ ਜਾਂ ਕੋਈ ਧਾਰਮਿਕ ਜਗ੍ਹਾ ਵੇਖਣਾ ਚਾਹੁੰਦਾ ਹੈ। ਹੋ ਸਕਦਾ ਕੋਈ ਮੈਚ ਵੇਖਣਾ ਚਾਹੁੰਦਾ ਹੈ, ਕੋਈ ਟੀਵੀ ਸੀਰੀਅਲ ਹੋਵੇ, ਭਾਵ ਕਿ ਕੁਝ ਵੀ ਹੋ ਸਕਦਾ ਜੋ ਉਹ ਵੇਖਣਾ ਚਾਹੁੰਦਾ ਔਰ ਇਹ ਇੱਛਾ ਹੈ। ਤੇ ਆਪਾਂ ਕੀ ਬੋਲਾਂਗੇ? ਉਹ ਵੇਖਣਾ ਚਾਹੁੰਦਾ ਹੈ ਤਾਂ ਕੀ ਬੋਲਾਂਗੇ? ਹੀ ਵਾਂਟਸ ਟੂ ਵਾਚ। ਇੱਥੇ ਦਾ ਵਾਂਟ ਜਾਏਗਾ ਵਾਂਟਸ ਆ ਗਿਆ। ਆਪਾਂ ਵਾਂਟਸ ਵਰਤ ਸਕਦੇ ਜੇ ਹੀ ਦੀ ਵਰਤੋਂ ਕਰਾਂਗੇ। ਆਈ ਦੇ ਉਹ ਵੇਖਣਾ ਚਾਹੁੰਦਾ ਹੈ, ਹੀ ਵਾਂਟਸ ਟੂ ਵਾਚ। ਇਹ ਗਲਤ ਲਿਖਿਆ ਗਿਆ ਆਈ, ਇੱਥੇ ਹੀ ਆਏਗਾ, ਹੀ ਵਾਂਟਸ ਟੂ ਵਾਚ। ਇੱਥੇ ਫਿਰ ਅੱਗੇ, ਮੈਨੂੰ ਇੱਕ ਕਿਤਾਬ ਚਾਹੀਦੀ ਹੈ। ਇਹ ਵੀ ਇੱਕ ਮੇਰੀ ਇੱਛਾ ਹੈ ਕਿ ਮੈਨੂੰ ਕਿਤਾਬ ਚਾਹੀਦੀ ਹੈ। ਬਹੁਤ ਸਾਰੇ ਬੱਚੇ ਇੱਥੇ ਗੜਬੜੀ ਕਰ ਦਿੰਦੇ ਆ। ਕੀ ਗੜਬੜ ਕਰਦੇ ਨੇ? ਉਹਨਾਂ ਨੂੰ ਜਦੋਂ ਪੜ੍ਹਿਆ ਕਿ ਕਿਤਾਬ ਚਾਹੀਦੀ ਹੈ, ਚਾਹੀਦੀ ਦਾ ਮਤਲਬ ਚਾਹੀਦਾ, ਤੇ ਫਿਰ ਉੱਥੇ ਉਹ ਸ਼ੁੱਡ ਦੀ ਵਰਤੋਂ ਕਰ ਲੈਂਦੇ ਹਨ। ਪਰ ਸ਼ੁੱਡ ਦੀ ਵਰਤੋਂ ਸਿਰਫ ਜਦੋਂ ਅਸੀਂ ਕਿਸੇ ਨੂੰ ਕੁਝ ਸਲਾਹ ਦਿੰਦੇ ਹਾਂ ਜਾਂ ਸਲਾਹ ਲੈਂਦੇ ਹਾਂ ਫਿਰ ਹੀ ਕਰਨੀ ਹੈ। ਉਸ ਤਰ੍ਹਾਂ ਸ਼ੁੱਡ ਦੀ ਵਰਤੋਂ ਨਹੀਂ ਕਰਨੀ। ਇੱਥੇ ਆਪਾਂ ਕਿਸੇ ਨੂੰ ਨਾ ਤਾਂ ਸਲਾਹ ਦੇ ਰਹੇ ਹਾਂ ਅਤੇ ਨਾ ਹੀ ਕਿਸੇ ਤੋਂ ਸਲਾਹ ਲੈ ਰਹੇ ਹਾਂ। ਇੱਥੇ ਅਸੀਂ ਆਪਣੇ ਮਨ ਦੀ ਇੱਛਾ ਦੱਸ ਰਹੇ ਕਿ ਮੈਨੂੰ ਕਿਤਾਬ ਚਾਹੀਦੀ ਹੈ। ਤੇ ਆਪਾਂ ਕੀ ਬੋਲਾਂਗੇ? ਆਈ ਵਾਂਟ ਏ ਬੁੱਕ, ਨਾ ਕਿ ਆਪਾਂ ਆਈ ਸ਼ੁੱਡ ਏ ਬੁੱਕ ਦੀ ਬੋਲਾਂਗੇ, ਕਿਉਂਕਿ ਇਹ ਮੇਰੀ ਇੱਛਾ ਹੈ। ਕੋਈ ਸਲਾਹ ਨਹੀਂ ਕਿਸੇ ਕੋਲ ਲਈ, ਮੈਂ ਕਿਸੇ ਕੋਲ ਕਿਤਾਬ ਬਾਰੇ ਕੁਝ ਪੁੱਛ ਨਹੀਂ ਰਿਹਾ ਕਿ ਮੈਨੂੰ ਕਿੱਦਾਂ ਦੀ ਕਿਤਾਬ ਚਾਹੀਦੀ ਹੈ। ਮੈਂ ਸਿਰਫ ਇੱਕ ਆਪਣੀ ਇੱਛਾ ਜ਼ਾਹਿਰ ਕਰ ਰਿਹਾ ਕਿ ਮੈਨੂੰ ਇੱਕ ਕਿਤਾਬ ਚਾਹੀਦੀ ਹੈ। ਕੀ ਹੋਏਗਾ ਇਹਦਾ ਵਾਕ? ਆਈ ਵਾਂਟ ਏ ਬੁੱਕ। ਹੁਣ ਅਗਲਾ ਸ਼ਬਦ ਕਿਹੜਾ ਹੈ ਜਿਹੜਾ ਆਮ ਤੌਰ ਤੇ ਵਰਤੋਂ ਵਿੱਚ ਆਉਂਦਾ ਹੈ? ਉਹ ਹੈ would have। ਕੋਲ ਹੋਵੇਗਾ ਜਾਂ ਕੰਮ ਕਰ ਚੁੱਕਾ ਹੋਵੇਗਾ। ਕੋਲ ਹੋਵੇਗਾ ਤਾਂ ਬਹੁਤ ਸਾਰੇ ਸੈਂਸ ਨਿਕਲ ਸਕਦੇ ਨੇ। ਜਿਵੇਂ ਹੁਣ ਮੇਰੇ ਬੋਲਦੇ ਹੋਏ ਕਿ ਉਸ ਦੇ ਕੋਲ ਹੋਵੇਗਾ, ਤਾਂ ਇਸ ਦਾ ਮਤਲਬ ਹੈ ਕਿ ਉਸ ਦੇ ਕੋਲ ਕੁਝ ਵੀ ਹੋ ਸਕਦਾ ਹੈ, ਪਰ ਸਾਨੂੰ ਕਨਫਰਮ ਨਹੀਂ ਹੈ ਕਿ ਉਸ ਦੇ ਕੋਲ ਕੀ ਹੈ। ਆਪਾਂ ਸਿਰਫ ਅੰਦਾਜ਼ੇ ਨਾਲ ਹੀ ਬੋਲ ਰਹੇ ਹਾਂ ਕਿ ਉਸ ਦੇ ਕੋਲ ਕਾਰ ਹੋਵੇਗੀ ਜਾਂ ਉਸ ਦੇ ਕੋਲ ਬੁਲਟ ਮੋਟਰਸਾਈਕਲ ਹੋਵੇਗਾ। ਇਸ ਦੇ ਕੋਲ ਤਾਂ ਬਹੁਤ ਪੈਸੇ ਹੋਣਗੇ, ਉਹ ਬਹੁਤ ਅਮੀਰ ਹੋਵੇਗਾ, ਕਿਉਂਕਿ ਉਸ ਦੇ ਕੋਲ ਮਹਿੰਗਾ ਫੋਨ ਹੈ। ਆਪਾਂ ਅੰਦਾਜ਼ਾ ਲਗਾ ਰਹੇ ਹਾਂ, ਮਹਿੰਗੇ ਕੱਪੜੇ ਪਾ ਕੇ ਆਉਂਦਾ ਤਾਂ ਆਪਾਂ ਉਹ ਤੋਂ ਅੰਦਾਜ਼ਾ ਲਾਉਂਦੇ ਕਿ ਇਹਦੇ ਕੋਲ ਬਹੁਤ ਪੈਸੇ ਹੋਣਗੇ, ਅੰਦਾਜ਼ਾ ਲਗਾ ਸਕਦੇ, ਪਰ ਆਪਾਂ ਨੂੰ ਕਨਫਰਮ ਨਹੀਂ ਉਹਦੇ ਕੋਲ ਕਾਰ ਹੈਗੀ ਵੀ ਜਾਂ ਨਹੀਂ ਹੈਗੀ। ਇਹ ਸਿਰਫ ਇੱਕ ਸਾਡੀ ਸੋਚ ਹੈ, ਸਾਡਾ ਅੰਦਾਜ਼ਾ ਹੈ। ਇਸ ਲਈ ਜੇ ਅਸੀਂ ਕਹਾਂਗੇ ਕਿ ਉਸ ਦੇ ਕੋਲ ਹੋਵੇਗਾ ਤਾਂ ਆਪਾਂ would have ਲਾਵਾਂਗੇ। ਜੇ ਅੰਦਾਜ਼ਾ ਲਾ ਰਹੇ ਆ
ਫਿਰ ਵੁੱਡ ਹੈਵ ਦੀ ਵਰਤੋਂ ਕਰਾਂਗੇ। ਅਤੇ ਜੇ ਕੋਈ ਕਿਸੇ ਕੰਮ ਨੂੰ ਕਰ ਚੁੱਕਾ ਹੋਵੇਗਾ, ਪ੍ਰੈਜ਼ੈਂਟ ਵਿੱਚ ਜੇ ਮੈਂ ਆਪਣੇ ਮਨ ਤੇ ਸੋਚਣ ਲੱਗ ਪਾਵਾਂ ਕਿ ਹੁਣ ਤੱਕ ਤਾਂ ਉਹਨੇ ਖਾਣਾ ਖਾ ਲਿਆ ਹੋਵੇਗਾ, ਕਿਉਂਕਿ ਰਾਤ ਹੋ ਚੁੱਕੀ ਹੈ, ਉਹਦੇ ਕੰਮ ਆਪ ਕਰ ਚੁੱਕਾ ਹੈ, ਤੇ ਫਿਰ ਵੀ ਆਪਾਂ ਵੁੱਡ ਹੈਵ ਦੀ ਵਰਤੋਂ ਕਰਨੀ ਹੈ। ਮੈਂ ਸਿਰਫ ਸੋਚ ਹੀ ਰਿਹਾ, ਕਿਉਂਕਿ ਰਾਤ ਜਿਸ ਤਰ੍ਹਾਂ ਕਿ ਹੁਣ ਜਿਸ ਤਰ੍ਹਾਂ ਰਾਤ ਦਾ ਵਕਤ ਹੋਇਆ ਤੇ ਉਹਨੇ ਖਾਣਾ ਆਮ ਲੋਕਾਂ ਨੇ ਖਾ ਲੈਂਦਾ, ਮੈਂ ਅੰਦਾਜ਼ਾ ਲਗਾ ਰਿਹਾ ਉਹਨੇ ਖਾਣਾ ਖਾ ਲਿਆ ਹੋਵੇਗਾ, ਮਤਲਬ ਕਿ ਆਹ ਕੰਮ ਕਰ ਚੁੱਕਿਆ ਹੋਵੇਗਾ। ਅੰਦਾਜ਼ੇ ਨਾਲ ਹੀ ਕਹਿ ਰਿਹਾ, ਕਨਫਰਮ ਨਹੀਂ ਹੈ ਕਿ ਆਮ ਲੋਕ ਇਸ ਵੇਲੇ ਖਾਣਾ ਖਾ ਲੈਂਦੇ, ਤਾਂ ਉਹਦਾ ਮੇਰਾ ਅੰਦਾਜ਼ਾ ਹੀ ਹੈ। ਜਾਂ ਜਿੱਥੇ ਤੁਹਾਨੂੰ ਪੱਕਾ ਪਤਾ ਨਹੀਂ ਹੋਵੇਗਾ ਪਰ ਤੁਸੀਂ ਅੰਦਾਜ਼ਾ ਲਗਾ ਰਹੇ ਹੋ ਕਿ ਉਹ ਇਹ ਕੰਮ ਕਰ ਲਿਆ ਹੋਵੇਗਾ, ਤਾਂ ਵੀ ਅਸੀਂ ਵੁੱਡ ਹੈਵ ਹੀ ਲਗਾਵਾਂਗੇ। ਇਸ ਦਾ ਸੈਂਟੈਂਸ ਸਟਰਕਚਰ ਕੀ ਹੋਏਗਾ? ਜਿਸ ਤਰ੍ਹਾਂ ਕੋਲ ਹੋਵੇਗਾ ਵਿੱਚ ਜਿਹੜਾ ਉਹਦੇ 'ਚ ਵਰਤਾਂਗੇ ਆਪਾਂ ਸੈਂਟੈਂਸ ਦਾ ਜਿਹੜਾ ਸਟਰਕਚਰ ਕਿੱਦਾਂ ਦਾ, ਸਭ ਤੋਂ ਪਹਿਲਾਂ ਸਬਜੈਕਟ, ਫਿਰ ਵੁੱਡ ਹੈਵ, ਫਿਰ ਆਬਜੈਕਟ ਦੀ ਵਰਤੋਂ ਕਰਾਂਗੇ। ਤੇ ਜੇ ਕੋਈ ਅੰਦਾਜ਼ਾ ਲਗਾ ਰਹੇ ਕਿ ਉਹਨੇ ਇਹ ਕੰਮ ਕਰ ਲਿਆ ਹੋਵੇਗਾ, ਫਿਰ ਉਹਦਾ ਸਟਰਕਚਰ ਕੀ ਹੋਏਗਾ? ਉਸੇ ਤਰ੍ਹਾਂ ਹੀ ਪਹਿਲਾਂ ਸਬਜੈਕਟ, ਫਿਰ ਵੁੱਡ ਹੈਵ, ਫਿਰ ਵਰਬ ਦੀ ਤੀਜੀ ਫਾਰਮ ਲਗਾਉਣੀ ਹੈ। ਜੇ ਕੰਮ ਦੇ ਬਾਰੇ ਦੱਸ ਰਿਹਾ ਤੇ ਫਿਰ ਵਰਬ ਦੀ ਤੀਜੀ ਫਾਰਮ ਤੇ ਆਬਜੈਕਟ ਫਿਰ ਵਰਤਾਂਗੇ ਆਪਾਂ। ਉਹ 'ਚ ਆਹ ਤਿੰਨ ਚੀਜ਼ਾਂ ਦੀ ਵਰਤੋਂ ਕਰਨੀ ਹੈ, ਦੋਨਾਂ ਦਾ ਧਿਆਨ ਰੱਖਣਾ। ਜੇ ਮੇਰੇ ਕੋਲ ਕੋਈ ਚੀਜ਼ ਹੈਗੀ ਹੈ ਜਾਂ ਉਹਦੇ ਕੋਲ ਕੁਝ ਹੈਗਾ ਹੈ, ਫਿਰ ਆਪਾਂ ਵੁੱਡ ਹੈਵ ਦੇ ਨਾਲ ਵਰਬ ਦੀ ਨਹੀਂ ਵਰਤੋਂ ਕਰਨੀ, ਸਿੱਧਾ ਆਬਜੈਕਟ ਲਗਾਵਾਂਗੇ। ਪਰ ਜੇ ਅਸੀਂ ਕਿਸੇ ਕੰਮ ਨੂੰ ਦਰਸਾ ਰਹੇ ਹਾਂ ਕਿ ਉਹਨੇ ਆਹ ਕੰਮ ਕਰ ਲਿਆ ਹੋ ਗਿਆ, ਮੈਂ ਆਹ ਕੰਮ ਕਰ ਚੁੱਕਿਆ ਹੋਊਗਾ, ਤੇ ਫਿਰ ਆਪਾਂ ਵਰਬ ਦੀ ਤੀਜੀ ਫਾਰਮ ਦੀ ਵਰਤੋਂ ਕਰਾਂਗੇ। ਜਿਸ ਤਰ੍ਹਾਂ ਉਸ ਕੋਲ ਕਾਰ ਹੋਵੇਗੀ, ਇੱਥੇ ਵੇਖੋਗੇ ਕਿ ਉਸ ਦੇ ਕੋਲ ਕੁਝ ਹੋਵੇਗਾ, ਆਪਾਂ ਅੰਦਾਜ਼ਾ ਲਗਾ ਰਹੇ ਕਿ ਉਸ ਦੇ ਕੋਲ ਕਾਰ ਹੋਵੇਗੀ, ਪਰ ਇੱਥੇ ਕੋਈ ਕੰਮ ਦਾ ਨਹੀਂ ਦੱਸ ਰਹੇ, ਮਤਲਬ ਕਾਰ ਚਲਾ ਨਹੀਂ ਰਿਹਾ, ਆਪਾਂ ਦੱਸ ਰਹੇ ਉਸ ਦੇ ਕੋਲ ਕਾਰ ਹੋਵੇਗੀ। ਇੱਥੇ ਅਸੀਂ ਕਹਾਂਗੇ ਹੀ ਵੁੱਡ ਹੈਵ ਅ ਕਾਰ। ਇੱਥੇ ਆਪਾਂ ਕੁਝ ਵੀ ਕਹਿ ਸਕਦੇ, ਕਾਰ ਦੀ ਜਗ੍ਹਾ ਕੋਈ ਪੈਨ ਵੀ ਵਰਤ ਸਕਦੇ ਆ, ਪੈਨ ਹੋ ਸਕਦਾ ਉਹਦੇ ਕੋਲ, ਕੋਈ ਹੋਰ ਚੀਜ਼ ਵੀ ਹੋ ਸਕਦੀ, ਆਪਾਂ ਉਹਦੀ ਕਾਰ ਦੀ ਜਗ੍ਹਾ ਫਿਰ ਪੈਨ ਕਹਿ ਦਾਂਗੇ, ਹੀ ਵੁੱਡ ਹੈਵ ਅ ਪੈਨ। ਇੱਥੇ ਆਪਾਂ ਮੇ ਬੀ ਦੀ ਵੀ ਵਰਤੋਂ ਕਰ ਸਕਦੇ ਆ, ਹੀ ਮੇ ਹੈਵ ਅ ਕਾਰ, ਪਰ ਉਹਦੇ ਸਬਜੈਕਟ ਦੇ ਉੱਤੇ ਡਿਪੈਂਡ ਕਰੇਗਾ ਕੀ ਸਬਜੈਕਟ ਉਹਦਾ ਕੀ ਹੈ। ਫਿਰ ਜਿਸ ਤਰ੍ਹਾਂ ਉਹ ਖੇਡ ਚੁੱਕਾ ਹੋਵੇਗਾ, ਉਹ ਖੇਡ ਚੁੱਕਾ ਹੋਵੇਗਾ, ਇਸ ਵਾਰ ਇਸ ਵਿੱਚ ਖੇਡ ਚੁੱਕਾ ਹੋਵੇਗਾ ਕੰਮ ਨੂੰ ਦਰਸਾ ਰਿਹਾ, ਮਤਲਬ ਕੰਮ ਕਰ ਰਿਹਾ ਉਹ ਹੈਗਾ ਤਾਂ ਅੰਦਾਜ਼ਾ ਹੀ ਹੈ। ਉਹ ਆਪਾਂ ਅੰਦਾਜ਼ਾ ਨਾਲ ਕਹਿ ਰਹੇ ਕਿ ਹੁਣ ਕੋਈ ਟਾਈਮ ਜ਼ਿਆਦਾ ਹੋ ਗਿਆ, ਘੰਟਾ 2 ਘੰਟੇ ਹੋ ਗਏ ਉਹਨੂੰ ਖੇਡਣ ਗਏ ਨੂੰ, ਤਾਂ ਆਪਾਂ ਅੰਦਾਜ਼ਾ ਲਗਾ ਰਹੇ ਕਿ ਹੁਣ ਤੱਕ ਉਹ ਖੇਡ ਚੁੱਕਾ ਹੋਵੇਗਾ। ਤੇ ਇੱਥੇ ਆਪਾਂ ਕੀ ਬੋਲਾਂਗੇ? ਹੀ ਵੁੱਡ ਹੈਵ ਪਲੇਡ, ਕਿਉਂਕਿ ਪਲੇ ਦੀ ਜਗ੍ਹਾ ਪਲੇਡ ਬੋਲਾਂਗੇ, ਵਰਬ ਦੀ ਤੀਜੀ ਫਾਰਮ ਵਰਤਾਂਗੇ, ਕੰਮ ਦਰਸਾ ਰਿਹਾ, ਇੱਥੇ ਆਪਾਂ ਵਰਬ ਦੀ ਤੀਜੀ ਫਾਰਮ ਦੀ ਵਰਤੋਂ ਕਰਾਂਗੇ। ਉਸੇ ਤਰ੍ਹਾਂ ਹੀ ਆਪਾਂ ਜਿਸ ਤਰ੍ਹਾਂ ਵਾਕ ਉਹ ਦੇਖ ਚੁੱਕੇ ਹੋਣਗੇ, ਮਤਲਬ ਕਿ ਆਪਾਂ ਅੰਦਾਜ਼ੇ ਲਗਾ ਰਹੇ, ਜੇ ਸਮਝੋ ਉਸ ਦਾ ਫਿਲਮ ਵੇਖਣ ਗਏ, ਆਮ ਤੌਰ 'ਤੇ ਫਿਲਮ 3 ਘੰਟੇ ਦੀ ਹੁੰਦੀ, ਜੇ ਉਹ 4 ਘੰਟੇ ਲੱਗ ਗਏ ਉਹਨੂੰ ਗਏ ਨੂੰ, ਤੇ ਆਪਾਂ ਉੱਥੇ ਅੰਦਾਜ਼ਾ ਲਗਾ ਰਹੇ ਤਾਂ ਆਪਾਂ ਕਹਾਂਗੇ ਦੇ ਵੁੱਡ ਹੈਵ ਸੀਨ ਪਿਕਚਰ। ਠੀਕ, ਅੰਦਾਜ਼ੇ ਨਾਲ ਕਹਿ ਰਹੇ, ਉੱਥੇ ਵੁੱਡ ਹੈਵ ਤੇ ਸੀਨ ਜਿਹੜਾ ਕੰਮ, ਕਿਉਂਕਿ ਉਹ ਦੇਖ ਰਹੇ ਕੰਮ ਕਰ ਰਹੇ ਕੋਈ, ਉੱਥੇ ਆਪਾਂ ਵਰਬ ਦੀ ਤੀਜੀ ਫਾਰਮ ਦੀ ਵਰਤੋਂ ਕਰਾਂਗੇ। ਇੱਥੇ ਆਪਾਂ ਉਹਦੇ ਸਬਜੈਕਟ ਦੇ ਮੁਤਾਬਿਕ ਵਾਚਡ, ਸੀਨ ਦੀ ਜਗ੍ਹਾ ਵਾਚਡ ਦੀ ਵਰਤੋਂ ਕਰ ਸਕਦੇ, ਲੁਕਡ ਦੀ ਵਰਤੋਂ ਵੀ ਕਰ ਸਕਦੇ, ਪਰ ਡਿਪੈਂਡ ਕਰਦਾ ਕਿ ਆਪਾਂ ਕਿਸ ਨੂੰ ਵੇਖਣ ਦੀ ਗੱਲ ਕਰ ਰਹੇ ਹਾਂ। ਸੋ ਇਹ ਤੁਹਾਨੂੰ ਸਮਝ ਲੱਗ ਗਿਆ ਹੋਏਗਾ ਕਿ ਵੁੱਡ ਹੈਵ ਆਪਾਂ ਕਿੱਥੇ ਵਰਤਣਾ ਹੈ। ਜੇ ਕੋਲ ਹੈਗੀ ਹੈ ਤੇ ਫਿਰ ਵੁੱਡ ਹੈਵ ਦੇ ਨਾਲ ਕੋਈ ਵਰਬ ਦੀ ਨਹੀਂ ਵਰਤੋਂ ਕਰਨੀ, ਜੇ ਕੰਮ ਦੇ ਬਾਰੇ ਦਰਸਾ ਰਹੇ ਫਿਰ ਵਰਬ ਦੀ ਤੀਜੀ ਫਾਰਮ ਆਪਾਂ ਵਰਤਾਂਗੇ। ਅਗਲਾ ਸ਼ਬਦ ਹੈ ਹੈਵਿੰਗ ਟੂ। ਇਹ ਬਹੁਤ ਹੀ ਇੰਪੋਰਟੈਂਟ ਹੈ। ਇਸ ਦਾ ਮਤਲਬ ਹੈ ਪੈ ਰਿਹਾ ਹੈ, ਭਾਵ ਹੈ ਕਿ ਪੈ ਰਿਹਾ ਹੈ। ਆਪਾਂ ਕਿ ਬਹੁਤ ਇੰਪੋਰਟੈਂਟ, ਸਭ ਤੋਂ ਜ਼ਿਆਦਾ ਇਸੇ ਲਫ਼ਜ਼ ਹੈਵਿੰਗ ਟੂ ਦੀ ਵਰਤੋਂ ਕਰਨ ਵਿੱਚ ਹੀ ਸਭ ਤੋਂ ਜ਼ਿਆਦਾ ਗਲਤੀ ਹੁੰਦੀ ਹੈ। ਮਤਲਬ ਕਿ ਕੋਈ ਕੰਮ ਕਰਨਾ ਪੈ ਰਿਹਾ ਹੈ, ਮਤਲਬ ਕੋਈ ਕੰਮ ਤੁਹਾਨੂੰ ਮਜਬੂਰੀ 'ਚ ਕਰਨਾ ਪੈ ਰਿਹਾ ਹੈ, ਪਰ ਤੁਸੀਂ ਨਹੀਂ ਚਾਹੁੰਦੇ ਹੋ ਕੰਮ ਕਰਨਾ। ਜਿਵੇਂ ਤੁਹਾਡੇ ਪੇਰੈਂਟਸ ਨੂੰ ਕੋਈ ਕੰਮ, ਜ਼ਰੂਰੀ ਕੰਮ ਲਈ ਬਾਹਰ ਜਾਣਾ ਪੈ ਗਿਆ, ਤੇ ਹੁਣ ਘਰ ਦਾ ਆਪਣਾ ਸਾਰਾ ਕੰਮ ਤੁਹਾਨੂੰ ਖੁਦ ਹੀ ਕਰਨਾ ਪੈ ਰਿਹਾ ਹੈ। ਇੱਥੇ ਕਿ ਪਾਣੀ ਦਾ ਗਲਾਸ ਭਰ ਕੇ ਵੀ ਤੁਹਾਨੂੰ ਆਪ ਲਿਆਉਣਾ ਪੈ ਰਿਹਾ। ਤੁਸੀਂ ਕਈ ਬੱਚੇ ਬਾਹਰ ਦੇ ਰੈਸਟੋਰੈਂਟ ਦਾ ਖਾਣਾ ਪਸੰਦ ਨਹੀਂ ਕਰਦੇ, ਤੇ ਉਹ ਮਜਬੂਰੀ 'ਚ ਫਿਰ ਘਰੇ ਹੀ ਖਾਣਾ ਆਪੇ ਬਣਾਉਣਾ ਪੈ ਰਿਹਾ। ਇਹ ਮਜਬੂਰੀ ਹੈ, ਉਹਨੂੰ ਚਾਹੁੰਦਾ ਨਹੀਂ ਹੈ, ਪਰ ਬਾਹਰ ਦਾ ਖਾਣਾ ਨੂੰ ਪਸੰਦ ਨਹੀਂ, ਇਸ ਲਈ ਉਹਨੂੰ ਆਪ ਹੀ ਬਣਾਉਣਾ ਪੈ ਰਿਹਾ। ਕਿ ਖਾਣਾ ਬਣਾ ਰਿਹਾ, ਉਸੇ ਵੇਲੇ ਉਹਦੇ ਕਿਸੇ ਦੋਸਤ ਦਾ ਫੋਨ ਆ ਜਾਂਦਾ, ਉਹਨੂੰ ਉਹ ਪੁੱਛ ਰਿਹਾ ਉਹਨੂੰ ਕਿ ਕੀ ਕਰ ਰਿਹਾ, ਤੇ ਉਹ ਫਿਰ ਕੀ ਕਹੇਗਾ? ਮੈਂ ਖਾਣਾ ਬਣਾ ਰਿਹਾ ਹਾਂ।
ਉਹਨੂੰ ਖਾਣਾ ਪਰ ਮਜਬੂਰੀ 'ਚ ਬਣਾਉਣਾ ਪੈ ਰਿਹਾ, ਇੱਛਾ ਨਹੀਂ ਸੀ ਉਹਦੀ। ਕਿਸੇ ਮਜਬੂਰੀ ਕਾਰਨ ਕੋਈ ਕੰਮ ਕਰਨਾ ਪੈ ਰਿਹਾ ਤਾਂ ਅਸੀਂ ਹੈਵਿੰਗ ਟੂ ਦਾ ਇਸਤੇਮਾਲ ਕਰਾਂਗੇ। ਇਹਦਾ ਸਬਜੈਕਟ ਸਟਰਕਚਰ ਕੀ ਹੋਏਗਾ? ਹੈਵਿੰਗ ਟੂ 'ਚ ਕੀ ਕਰਾਂਗੇ? ਸਭ ਤੋਂ ਪਹਿਲਾਂ ਸਬਜੈਕਟ ਆਉਂਦਾ ਹੈ, ਉਦੋਂ ਬਾਅਦ ਇਜ ਜਾਂ ਐਮ ਜਾਂ ਆਰ। ਸਬਜੈਕਟ ਦੇ ਮੁਤਾਬਿਕ ਇਹਨਾਂ ਤਿੰਨਾਂ 'ਚ ਕਿਸੇ ਇੱਕ ਦੀ ਵਰਤੋਂ ਕਰਾਂਗੇ। ਸਬਜੈਕਟ ਦਾ ਆਪਾਂ ਕੀ ਹੈ, ਉਦੋਂ ਬਾਅਦ ਹੈਵਿੰਗ ਟੂ, ਫਿਰ ਵਰਬ ਦੀ ਪਹਿਲੀ ਫਾਰਮ, ਫਿਰ ਆਬਜੈਕਟ ਦੀ ਵਰਤੋਂ ਕਰਨੀ ਹੈ ਆਪਾਂ। ਇਹਨਾਂ ਚੀਜ਼ਾਂ ਸਾਰੇ ਇਸ ਤਰ੍ਹਾਂ ਦਾ ਹੀ ਸਾਰਾ ਵਾਕ ਦਾ ਸਟਰਕਚਰ ਆ ਹੋਏਗਾ। ਜੇ ਆਪਾਂ ਹੈਵਿੰਗ ਟੂ ਮਜਬੂਰੀ 'ਚ ਕੋਈ ਕੰਮ ਕਰਨਾ ਪੈ ਰਿਹਾ, ਫਿਰ ਆਪਾਂ ਵਰਤਾਂਗੇ ਹੈਵਿੰਗ ਟੂ। ਜਿਸ ਤਰ੍ਹਾਂ ਮੈਨੂੰ ਪੜ੍ਹਾਈ ਕਰਨੀ ਪੈ ਰਹੀ ਹੈ, ਮਜਬੂਰੀ 'ਚ ਕਰਨੀ ਪੈ ਰਹੀ ਜੇ ਆਪਾਂ ਨੂੰ, ਕਿ ਆਪਾਂ ਕਿਤੇ ਜਾਣਾ ਸੀ, ਕੋਈ ਆਪਣੇ ਰਿਸ਼ਤੇਦਾਰੀ 'ਚ ਵਿਆਹ ਸੀ, ਉੱਥੋਂ ਪੇਪਰ ਆ ਗਏ ਤਾਂ ਕਰਕੇ ਤੁਹਾਨੂੰ ਪੜ੍ਹਾਈ ਕਰਨੀ ਪੈ ਰਹੀ ਹੈ, ਤਾਂ ਆਪਾਂ ਕੀ ਕਵਾਂਗੇ? ਆਈ ਐਮ ਹੈਵਿੰਗ ਟੂ ਸਟੱਡੀ। ਫਿਰ ਉਸ ਨੂੰ ਖੇਡਣਾ ਪੈਂਦਾ ਹੈ, ਉਹ ਚਾਹੁੰਦਾ ਨਹੀਂ ਹੈ, ਪਰ ਉਸ ਦੀ ਸਿਹਤ ਪੱਖੋਂ ਜਾਂ ਜਿੱਦਾਂ ਮੋਟਾ ਹੋ ਗਿਆ ਤੇ ਉਹਨੂੰ ਖੇਡਣ ਲਈ ਉਹਦੇ ਮਾਪੇ ਮਜਬੂਰ ਕਰਦੇ, ਤੂੰ ਖੇਡ ਕੇ ਆ, ਰਨਿੰਗ ਕਰਕੇ ਆ। ਉਹ ਰਨਿੰਗ ਕਰਨਾ ਨਹੀਂ ਚਾਹੁੰਦਾ ਜਾਂ ਐਕਸਰਸਾਈਜ਼ ਨਹੀਂ ਕਰਨਾ ਚਾਹੁੰਦਾ, ਆਲਸੀ ਬੱਚਾ ਹੈ, ਤੇ ਫਿਰ ਉਹਨੂੰ ਖੇਡਣਾ ਪੈ ਰਿਹਾ ਹੈ ਜਾਂ ਐਕਸਰਸਾਈਜ਼ ਕਰਨੀ ਪੈ ਰਹੀ ਹੈ, ਤੇ ਮਜਬੂਰੀ 'ਚ ਹੈ ਸਾਰਾ ਕੁਝ। ਫਿਰ ਆਪਾਂ ਕੀ ਬੋਲਾਂਗੇ? ਉਸ ਨੂੰ ਖੇਡਣਾ ਪੈਂਦਾ ਹੈ। ਹੀ ਇਜ਼ ਹੈਵਿੰਗ ਟੂ ਪਲੇ, ਮਜਬੂਰੀ ਬਸ ਕੰਮ ਕਰ ਰਿਹਾ ਹੈ। ਇਸੇ ਤਰ੍ਹਾਂ ਤੁਹਾਨੂੰ ਖਾਣਾ ਖਾਣਾ ਪੈ ਰਿਹਾ ਹੈ, ਇੱਥੇ ਮਤਲਬ ਕੀ ਹੈ? ਤੁਹਾਡੀ ਇੱਛਾ ਨਹੀਂ। ਜਿਸ ਤਰ੍ਹਾਂ ਆਮ ਤੌਰ 'ਤੇ ਸਵੇਰੇ ਬੱਚੇ ਸਕੂਲ ਜਾਂ ਕਾਲਜ ਜਾਂਦੇ, ਖਾਣਾ ਖਾਣਾ ਨਹੀਂ ਚਾਹੁੰਦੇ, ਪਰ ਸਾਰਾ ਦਿਨ ਭੁੱਖੇ ਰਹਿਣਾ ਹੈ ਜਦੋਂ ਸਾਰਾ ਦਿਨ ਉੱਥੇ, ਤੇ ਫਿਰ ਉਹਦੇ ਮਾਂ ਪਿਓ ਨੂੰ ਮਜਬੂਰੀ 'ਚ ਧੱਕੇ ਨਾਲ ਖਵਾਉਂਦੇ ਤੇ ਮਸਾਂ ਹੀ ਉਹਦੇ ਅੰਦਰ ਲੰਘਦੀ ਰੋਟੀ। ਤੇ ਫਿਰ ਆਪਾਂ ਉਦੋਂ ਕੀ ਬੋਲਾਂਗੇ? ਯੂ ਆਰ ਹੈਵਿੰਗ ਟੂ ਈਟ, ਤੁਹਾਨੂੰ ਖਾਣਾ ਖਾਣਾ ਪੈ ਰਿਹਾ ਹੈ। ਮਜਬੂਰੀ 'ਚ ਖਾਣਾ ਚਾਹੁੰਦੇ ਨਹੀਂ, ਨਾ ਚਾਹੁੰਦੇ ਵੀ ਤੁਹਾਨੂੰ ਖਾਣਾ ਖਾ ਪੈ ਰਿਹਾ। ਸੋ ਬੱਚੋ, ਅਗਲਾ ਜਿਹੜਾ ਵਾਕ ਹੈ ਉਹ ਹੈ ਵੁੱਡ ਬੀ। ਹੋਵੇਗਾ ਜਾਂ ਰਿਹਾ ਹੋਵੇਗਾ, ਇਹ ਦੋ ਫਾਰਮ 'ਚ ਆਪਾਂ ਵਰਤਣਾ ਵੁੱਡ ਬੀ। ਜੇ ਹੋਵੇਗਾ ਤੇ ਉਹਦੇ 'ਚ ਕੀ ਵਰਤਾਂਗੇ? ਸਬਜੈਕਟ, ਫਿਰ ਵੁੱਡ ਬੀ, ਫਿਰ ਆਬਜੈਕਟ। ਜੇ ਰਿਹਾ ਹੋਵੇਗਾ, ਸਬਜੈਕਟ ਜਮਾ ਵੁੱਡ ਬੀ, ਫਿਰ ਵਰਬ ਦੀ ਪਹਿਲੀ ਫਾਰਮ ਦੇ ਨਾਲ ਆਈਐਨਜੀ ਵੀ ਲਗਾਵਾਂਗੇ, ਉਦੋਂ ਬਾਅਦ ਆਬਜੈਕਟ ਹੋਏਗਾ। ਜਿੱਦਾਂ ਉਹ ਘਰ ਹੀ ਹੋਵੇਗਾ, ਆਪਾਂ ਅੰਦਾਜ਼ਾ ਲਗਾ ਰਹੇ ਉਹ ਘਰ ਹੀ ਹੋਵੇਗਾ, ਹੀ ਵੁੱਡ ਬੀ ਐਟ ਹੋਮ। ਫਿਰ ਉਸਦੇ ਪਾਪਾ ਦਫ਼ਤਰ ਵਿੱਚ ਹੋਣਗੇ, ਉਹ ਦੱਸ ਰਿਹਾ ਕਿ ਜੇ ਕੋਈ ਘਰ ਆ ਗਿਆ, ਉਹ ਪੁੱਛਦੇ ਪਾਪਾ ਕਿੱਥੇ, ਉਹ ਅੰਦਾਜ਼ੇ ਨਾਲ ਬੱਚਾ ਕਹਿ ਰਿਹਾ ਕਿ ਪਾਪਾ ਦਫ਼ਤਰ ਵਿੱਚ ਹੋਣਗੇ, ਪਾਪਾ ਵੁੱਡ ਬੀ ਇਨ ਆਫਿਸ। ਫਿਰ ਉਸ ਤਰ੍ਹਾਂ ਉਹ ਖੇਡ ਰਿਹਾ ਹੋਵੇਗਾ, ਆ ਵੇਖੋ ਧਿਆਨ ਨਾਲ ਵੇਖੋ, ਉਹ ਖੇਡ ਰਿਹਾ ਹੋਵੇਗਾ, ਕੋਈ ਕੰਮ ਕਰ ਰਿਹਾ ਤੇ ਇੱਥੇ ਹੀ ਵੁੱਡ ਬੀ ਪਲੇਇੰਗ। ਜੇ ਆਪਾਂ ਰਿਹਾ ਹੋਵੇਗਾ ਔਰ ਤੇ ਫਰਮ ਜਿਹੜੀ ਪਲੇ ਦੇ ਨਾਲ ਆਈਐਨਜੀ ਦੀ ਵਰਤੋਂ ਕਰਾਂਗੇ। ਐਸੀ ਸਾਰੇ ਤੁਹਾਡੇ 4 ਲਫ਼ਜ਼ ਅੱਜ ਤੁਹਾਨੂੰ ਦੱਸੇ, ਇਹ ਬਹੁਤ ਹੀ ਮਹੱਤਵਪੂਰਨ ਨੇ। ਇਸ ਤਰ੍ਹਾਂ ਅਗਲੇ ਜਿਹੜੇ 4 ਲਫ਼ਜ਼ ਸ਼ਬਦ ਨੇ ਤੁਹਾਨੂੰ ਅਗਲੀ ਵੀਡੀਓ 'ਚ ਭੇਜਾਂਗਾ। ਇਸ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਬਟਨ ਜ਼ਰੂਰ ਦਬੋ, ਤਾਂ ਜੋ ਅਗਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋ ਸਕੇ। ਧੰਨਵਾਦ।